ਬੇਟੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਨਲਾਈਨ ਐਜੂਕੇਸ਼ਨ ਦੇ ਇਸ ਐਡੀਸ਼ਨ ਵਿੱਚ ਅੱਜ ਆਪਾਂ ਜਮਾਤ 7ਵੀਂ ਦਾ 13ਵਾਂ ਪਾਠ ਕਰਾਂਗੇ, ਗਤੀ ਅਤੇ ਸਮਾਂ। ਮੈਂ ਕਿਰਨ ਸਿੱਧੂ, ਮੈਂ ਸਰਕਾਰੀ ਮਿਡਲ ਸਕੂਲ ਗਢੇੜਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬਤੌਰ ਸਾਇੰਸ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅਸੀਂ ਅੱਜ ਜੋ ਪਾਠ ਪੜ੍ਹਨ ਲੱਗੇ ਹਾਂ ਉਹ ਹੈ ਗਤੀ ਅਤੇ ਸਮਾਂ। ਹੁਣ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਤੁਸੀਂ 6ਵੀਂ ਜਮਾਤ ਵਿੱਚ 3 ਤਰ੍ਹਾਂ ਦੀ ਗਤੀ ਬਾਰੇ ਪੜ੍ਹਿਆ ਹੋਣਾ। ਇੱਕ ਹੈਗਾ ਸਰਲ ਰੇਖਾ, ਇੱਕ ਹੈਗੀ ਹੈ ਗੋਲਾਕਾਰ ਅਤੇ ਤੀਜੀ ਹੈਗੀ ਹੈ ਆਵਰਿਤੀ। ਤਾਂ ਹੁਣ ਆਪਾਂ ਥੋੜ੍ਹੀ ਜਿਹੀ ਦੁਹਰਾਈ ਕਰ ਲੈਂਦੇ ਹਾਂ। ਤਾਂ ਹੁਣ ਜਿਵੇਂ ਕਿ ਤੁਸੀਂ ਨੀਚੇ ਉਦਾਹਰਨਾਂ ਦੇਖ ਰਹੇ ਹੋ, ਤਾਂ ਮਾਰਚ ਪਾਸਟ ਕਰਦੇ ਜਿਹੜੇ ਸੈਨਿਕ ਨੇ ਇਹ ਕਿਹੜੀ ਗਤੀ ਕਰਦੇ ਨੇ? ਇਹ ਕੀ ਕਰਨਗੇ? ਸਰਲ ਰੇਖਾ ਗਤੀ, ਸਿੱਧੀ ਲਾਈਨ ਵਿੱਚ ਜਾਣਗੇ। ਸਿੱਧੀ ਸੜਕ 'ਤੇ ਚੱਲਦੀ ਬੈਲ ਗੱਡੀ ਇਹ ਕੀ ਕਰੇਗੀ? ਸਰਲ ਗਤੀ ਕਰੇਗੀ, ਸਿੱਧੀ ਲਾਈਨ ਵਿੱਚ ਜਾਏਗੀ। ਦੌੜਦੇ ਐਥਲੀਟ ਦੇ ਹੱਥਾਂ ਦੀ ਗਤੀ ਕੀ ਹੁੰਦੀ ਆ? ਆਵਰਿਤੀ। ਇਹ ਅੱਗੇ ਪਿੱਛੇ ਉਹਨਾਂ ਦੇ ਹੱਥ ਜਾਣਗੇ, ਤਾਂ ਇਹ ਕਿਹੜੀ ਹੈ? ਆਵਰਿਤੀ ਗਤੀ। ਚੱਲਦੇ ਸਾਈਕਲ ਦੇ ਪੈਡਲ ਦੀ ਗਤੀ ਕੀ ਹੁੰਦੀ ਆ? ਗੋਲਾਕਾਰ ਹੁੰਦੀ ਹੈ। ਸੂਰਜ ਦੇ ਚਾਰੇ ਪਾਸੇ ਧਰਤੀ ਦੀ ਗਤੀ ਕੀ ਹੈ? ਲਗਭਗ ਗੋਲਾਕਾਰ ਹੈ। ਝੂਲੇ ਦੀ ਗਤੀ ਕੀ ਹੁੰਦੀ ਆ? ਆਵਰਿਤੀ ਗਤੀ ਹੁੰਦੀ ਹੈ। ਅਤੇ ਪੈਂਡਲਮ ਦੀ ਗਤੀ ਕੀ ਹੁੰਦੀ ਹੈ? ਇਹ ਵੀ ਕੀ ਹੁੰਦੀ ਹੈ? ਆਵਰਿਤੀ ਗਤੀ ਹੁੰਦੀ ਹੈ। ਇਸ ਪਾਠ 'ਚ ਅਸੀਂ ਪੜ੍ਹ ਰਹੇ ਹਾਂ ਵੀ ਗਤੀ ਅਤੇ ਸਮਾਂ, ਇਹਨਾਂ ਦਾ ਆਪਸ 'ਚ ਕਿਵੇਂ ਤਾਲਮੇਲ ਹੁੰਦਾ ਹੈ ਨਾ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਧੀਮੀ ਅਤੇ ਤੇਜ਼ ਗਤੀ। ਅਸੀਂ ਧੀਮੀ ਗਤੀ ਕਿਹਨੂੰ ਕਹਿੰਦੇ ਹਾਂ ਅਤੇ ਤੇਜ਼ ਗਤੀ ਕਿਹਨੂੰ ਕਹਿੰਦੇ ਹਾਂ, ਹੈ ਨਾ। ਜਦੋਂ ਅਸੀਂ ਸੜਕ 'ਤੇ ਬੇਟੇ ਵਾਹਨ ਚੱਲਦੇ ਵੇਖਦੇ ਹਾਂ, ਹੈ ਨਾ, ਆਪਾਂ ਅੰਦਾਜ਼ਾ ਲਗਾ ਲੈਂਦੇ ਹਾਂ ਵੀ ਤੇਜ਼ ਕਿਹੜਾ ਚੱਲਦਾ ਅਤੇ ਹੌਲੀ ਕਿਹੜਾ ਚੱਲਦਾ। ਜਿਹੜੇ ਸਾਨੂੰ ਦੇਖਣ ਵਿੱਚ ਇੱਕੋ ਸਮੇਂ ਵਿੱਚ ਜਿਹੜਾ ਆਪਾਂ ਦੇਖਦੇ ਹਾਂ, ਜਿਹੜਾ ਅੱਗੇ ਲੰਘ ਗਿਆ ਉਹ ਤੇਜ਼ ਆ, ਅਤੇ ਜਿਹੜਾ ਪਿੱਛੇ ਰਹਿ ਗਿਆ ਉਹ ਧੀਮੀ ਗਤੀ ਨਾਲ ਚੱਲ ਰਿਹਾ। ਜਾਂ ਇਹਦਾ ਇੱਕ ਪ੍ਰੀਖਣ ਐ ਵੀ ਕਰ ਸਕਦੇ ਹੋ ਵੀ ਜਿਵੇਂ ਤੁਹਾਡੀ ਕਿਤਾਬ ਵਿੱਚ ਦਿੱਤੀ ਹੋਈ ਹੈ ਇੱਕ ਕਿਰਿਆ, ਹੈ ਨਾ, 2 ਫੋਟੋ ਬਣੀਆਂ ਹੋਈਆਂ। ਦੇਖੋ, ਇੱਕ ਪਹਿਲਾਂ ਜਿਹੜੀ ਬਣੀ ਹੋਈ ਆ ਇਹਦੇ 'ਚ ਇੱਕ ਫੋਟੋ ਖਿੱਚੀ ਹੋਈ ਹੈ ਸੜਕ ਦੀ, ਹੈ ਨਾ, ਫਿਰ ਥੋੜ੍ਹੀ ਦੇਰ ਬਾਅਦ ਇੱਕ ਹੋਰ ਫੋਟੋ ਖਿੱਚੀ ਹੋਈ ਆ। ਹੁਣ ਅਸੀਂ ਇਸ ਫੋਟੋ ਵਿੱਚ ਦੇਖ ਸਕਦੇ ਹਾਂ ਵੀ ਕਿਹੜੀ ਗੱਡੀ ਹੌਲੀ ਚੱਲਦੀ ਹੈ ਅਤੇ ਕਿਹੜੀ ਤੇਜ਼ ਚੱਲਦੀ ਹੈ। ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਰੀ ਗੱਡੀ ਹੈ, ਪਹਿਲਾਂ ਪਿੱਛੇ ਸੀ ਅਤੇ ਹੁਣ ਕੀ ਹੈ ਉਹ ਅੱਗੇ ਆ ਗਈ। ਅਤੇ ਇਹਦਾ ਮਤਲਬ ਕੀ ਹੈ? ਇਹ ਕੀ ਹੈ? ਇਹਦੀ ਗਤੀ ਕੀ ਹੈ? ਤੇਜ਼ ਹੈ, ਹੈ ਨਾ। ਅਤੇ ਕਈ ਜਿਹੜੀਆਂ ਉਸ ਸਪੀਡ 'ਤੇ ਚੱਲ ਰਹੀਆਂ ਨੇ, ਨਾ ਅੱਗੇ ਗਈਆਂ ਨਾ ਪਿੱਛੇ ਗਈਆਂ, ਹੈ ਨਾ, ਅਤੇ ਕੁਛ ਪਿੱਛੇ ਰਹਿ ਗਈਆਂ, ਉਹ ਕੀ ਚੱਲ ਰਹੀਆਂ ਨੇ? ਧੀਮੀ ਗਤੀ ਵਿੱਚ ਚੱਲ ਰਹੀਆਂ ਨੇ। ਇਸੇ ਤਰ੍ਹਾਂ ਆਪਾਂ ਚੀਜ਼ਾਂ ਦੇ ਧੀਮੀ ਜਾਂ ਤੇਜ਼ ਗਤੀ ਵਿੱਚ ਚੱਲਣ ਬਾਰੇ ਦੇਖ ਸਕਦੇ ਹਾਂ। ਜਿਹੜੀ ਉੱਪਰ ਕਿਰਿਆ ਇਹਦੇ ਵਿੱਚ ਅਸੀਂ ਸਿੱਖਿਆ ਵੀ ਧੀਮੀ ਅਤੇ ਤੇਜ਼ ਗਤੀ ਕਿਵੇਂ ਆਪਾਂ ਨੂੰ ਪਤਾ ਲੱਗਦਾ ਦੇਖਣ ਤੋਂ। ਹੁਣ ਅਸੀਂ ਅਕਸਰ ਹੀ ਇੱਕ ਆਮ ਸ਼ਬਦ ਵਰਤਦੇ ਹਾਂ, ਚਾਲ। ਜਿਹੜੀ ਵਸਤੂ ਜਾਂ ਜਿਹੜੀ ਚੀਜ਼ ਸਾਨੂੰ ਤੇਜ਼ ਜਾਂਦੀ ਦਿਖਦੀ ਆ ਅਸੀਂ ਕਹਿੰਦੇ ਆ ਇਹਦੀ ਤੇਜ਼ ਚਾਲ ਆ, ਹੈ ਨਾ। ਜਿਹੜੀ ਧੀਮੀ ਜਾਂਦੀ ਦਿਖਦੀ ਹੈ ਅਸੀਂ ਕਹਿੰਦੇ ਹਾਂ ਇਹਦੀ ਚਾਲ ਕੀ ਹੈ? ਧੀਮੀ। ਪਰ ਅਸਲ ਵਿੱਚ ਚਾਲ ਹੁੰਦੀ ਕੀ ਹੈ? ਕਿਸੇ ਵੀ ਚੀਜ਼ ਦੀ ਜਿਹੜੀ ਚਾਲ ਹੈ ਇਹ ਤੁਸੀਂ ਕਿਵੇਂ ਤੈਅ ਕਰ ਸਕਦੇ ਹੋ? ਅਸੀਂ ਕਿਸੇ ਦਿੱਤੇ ਹੋਏ ਸਮੇਂ, ਕਿਸੇ ਸਮੇਂ ਦੀ ਇਕਾਈ ਵਿੱਚ ਤੈਅ ਕੀਤੀ ਦੂਰੀ ਨਾਪਣੀ ਹੈ। ਜਿਵੇਂ ਕਿ ਜੇ ਅਸੀਂ 2 ਜਾਂ ਵੱਧ ਵਸਤੂਆਂ ਵਿੱਚ ਅਸੀਂ ਇਹ ਦੇਖਣਾ ਵੀ ਇਹਨਾਂ 'ਚੋਂ ਕਿਹੜੀ ਤੇਜ਼ ਜਾਂਦੀ ਆ, ਅਤੇ ਇਸ ਨੂੰ ਕਰਨ ਲਈ ਸਭ ਤੋਂ ਸੌਖੀ ਵਿਧੀ ਕੀ ਹੈ ਕਿ ਅਸੀਂ ਇੱਕ ਇਕਾਈ ਸਮੇਂ ਵਿੱਚ ਉਹਨਾਂ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੀਏ। ਜਿਵੇਂ ਜੇ ਅਸੀਂ ਮੰਨ ਲਓ 2 ਦੋਸਤਾਂ ਵਿੱਚ ਦੇਖਣਾ ਵੀ ਦੋ ਦੋਸਤ ਸਾਈਕਲ ਚਲਾਉਂਦੇ ਆ ਵੀ ਇਹਨਾਂ 'ਚੋਂ ਕਿਹਦੀ ਚਾਲ ਵੱਧ ਆ, ਤਾਂ ਅਸੀਂ ਕੀ ਕਰਾਂਗੇ? ਘੜੀ ਦੀ ਮਦਦ ਨਾਲ ਅਸੀਂ ਦੇਖਾਂਗੇ ਦੋਨਾਂ ਸਾਈਕਲ ਸਵਾਰਾਂ ਨੂੰ ਇੱਕੋ ਥਾਂ ਤੋਂ ਚਲਾ ਕੇ ਕਿ ਅੱਧੇ ਘੰਟੇ ਵਿੱਚ ਉਹ ਕਿੰਨੀ ਦੂਰੀ ਤੈਅ ਕਰਦੇ ਨੇ। ਜਿਹਨੇ ਅੱਧੇ ਘੰਟੇ ਵਿੱਚ ਤੈਅ ਕੀਤੀ ਦੂਰੀ ਵੱਧ ਹੋਊਗੀ ਉਹਦੀ ਚਾਲ ਕੀ ਹੋਊਗੀ? ਵੱਧ ਹੋਊਗੀ। ਅਤੇ ਜਿਹਦੀ ਤੈਅ ਕੀਤੀ ਦੂਰੀ ਘੱਟ ਹੋਊਗੀ ਉਸ ਅੱਧੇ ਘੰਟੇ ਵਿੱਚ ਉਹਦੀ ਕੀ ਚਾਲ ਕੀ ਹੋਊਗੀ? ਘੱਟ ਹੋਊਗੀ। ਇਹਦਾ ਮਤਲਬ ਹੈ ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਦੂਰੀ ਨੂੰ ਅਸੀਂ ਵਸਤੂ ਦੀ ਚਾਲ ਕਹਿੰਦੇ ਹਾਂ। ਠੀਕ ਹੈ, ਕਿਸੇ ਵੀ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਦੂਰੀ ਨੂੰ ਅਸੀਂ ਉਸ ਵਸਤੂ ਦੀ ਚਾਲ ਕਹਿੰਦੇ ਹਾਂ। ਹੁਣ ਸਮੇਂ ਦੀਆਂ ਇਕਾਈਆਂ
ਬੜੀ ਸਿੰਪਲ ਜੀ ਗੱਲ ਹੈ। ਅਸੀਂ ਜਿਹੜਾ ਸਮਾਂ ਉਹ ਨਾਪਦੇ ਹਾਂ, ਕਿਹਦੇ 'ਚ ਨਾਪਦੇ ਹਾਂ? ਸੈਕਿੰਡ 'ਚ ਵੀ ਨਾਪਦੇ ਹਾਂ, ਮਿੰਟ 'ਚ ਵੀ ਨਾਪਦੇ ਹਾਂ ਅਤੇ ਘੰਟਿਆਂ ਵਿੱਚ ਵੀ ਨਾਪਦੇ ਹਾਂ। ਇਹ ਜਿਹੜਾ ਨਾਪਦੇ ਹਾਂ ਅਸੀਂ ਸਮਾਂ, ਇਹ ਜਿਸ ਤਰ੍ਹਾਂ ਦੀ ਸਾਡੀ ਲੋੜ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਉਸ ਤਰ੍ਹਾਂ ਦੀ ਇਕਾਈ ਵਰਤਦੇ ਹਾਂ। ਜਦੋਂ ਅਸੀਂ ਦੇਖੋ ਕਹਿੰਦੇ ਹਾਂ ਵੀ ਕੋਈ ਕਾਰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਗਤੀ ਕਰਦੀ ਹੈ, ਇਸ ਤੋਂ ਕੀ ਭਾਵ ਹੁੰਦਾ? ਇਸ ਤੋਂ ਇਹ ਭਾਵ ਹੁੰਦਾ ਹੈ ਕਿ ਕਾਰ 1 ਘੰਟੇ ਵਿੱਚ 50 ਕਿਲੋਮੀਟਰ ਦੂਰੀ ਤੈਅ ਕਰੇਗੀ। ਪਰ ਹੁਣ ਤੁਸੀਂ ਸੜਕਾਂ 'ਤੇ ਆਮ ਹੀ ਕਾਰਾਂ ਚੱਲਦੀਆਂ ਵੇਖੀਆਂ ਹੋਣਗੀਆਂ। ਕੋਈ ਵੀ ਕਾਰ ਕਦੀ ਤੁਸੀਂ ਸਮਾਨ ਗਤੀ ਨਾਲ ਨਹੀਂ ਚੱਲਦੀ ਦੇਖੀ ਹੋਏਗੀ। ਕਦੀ ਬ੍ਰੇਕ ਲਾਉਣ 'ਤੇ ਉਹ ਹੌਲੀ ਵੀ ਹੋ ਜਾਂਦੀ ਆ, ਕਿਤੇ ਉਹ ਤੇਜ਼ ਵੀ ਹੋ ਜਾਂਦੀ ਹੈ ਅਤੇ ਕਿਤੇ ਉਹਨੂੰ ਰੋਕਣਾ ਵੀ ਪੈ ਸਕਦਾ ਹੈ। ਤਾਂ ਅਸੀਂ ਜਿਹੜੀ ਇਸ ਪਾਠ ਵਿੱਚ ਚਾਲ ਦੀ ਗੱਲ ਕਰਦੇ ਹਾਂ, ਇਹ ਕੀ ਹੈ? ਅਸੀਂ ਔਸਤ ਮਤਲਬ ਕਿ ਜਿੰਨਾ ਅਸੀਂ ਸਮਾਂ ਲਿਆ, ਜਿਵੇਂ 1 ਘੰਟੇ ਦਾ ਸਮਾਂ ਲਿਆ, ਉਹਦੇ ਵਿੱਚ ਜਿੰਨੀ ਵੀ ਉਹਦੀ ਗਤੀ ਸੀ, ਘੱਟ ਸੀ, ਵੱਧ ਸੀ, ਹੌਲੀ ਸੀ, ਤੇਜ਼ ਸੀ, ਉਹਦਾ ਅਸੀਂ ਔਸਤ ਕੱਢ ਲਵਾਂਗੇ। ਇਹਦੇ ਵਿੱਚ ਅਸੀਂ ਔਸਤ ਦੂਰੀ ਤੈਅ ਕੀਤੀ ਲਵਾਂਗੇ। ਠੀਕ ਹੈ। ਤਾਂ ਅਕਸਰ ਅਸੀਂ ਪੜ੍ਹਦੇ ਹਾਂ ਕਿ ਕਦੀ ਵੀ ਕੋਈ ਵੀ ਜਿਹੜੀ ਕਾਰ ਹੈ ਉਹ ਇੱਕ ਸਮਾਨ ਚਾਲ 'ਤੇ ਨਹੀਂ ਚੱਲ ਸਕਦੀ। ਜਦੋਂ ਸੜਕ 'ਤੇ ਚੱਲੇਗੀ, ਕਦੀ ਤੇਜ਼ ਹੋਏਗੀ, ਕਦੀ ਹੌਲੀ ਹੋਏਗੀ, ਤਾਂ ਅਸੀਂ ਉਹਦੀ ਜਿਹੜੀ ਚਾਲ ਦੀ ਗੱਲ ਕਰਦੇ ਹਾਂ ਉਹ ਕਿਹੜੀ ਹੈ? ਔਸਤ ਚਾਲ। ਤਾਂ ਅਸੀਂ ਗੱਲ ਕਰਾਂਗੇ ਔਸਤ ਚਾਲ। ਤਾਂ ਅਸੀਂ ਇਹਦੇ ਵਿੱਚ ਜਿਹੜਾ ਮੋਟਾ ਸਿੱਟਾ ਕੱਢਾਂਗੇ ਉਹ ਚਾਲ ਅਸੀਂ ਚਾਲ ਕਿਹਦੇ ਬਰਾਬਰ ਹੈ? ਤੈਅ ਕੀਤੀ ਗਈ ਕੁੱਲ ਦੂਰੀ ਬਟਾ ਲਿਆ ਗਿਆ ਕੁੱਲ ਸਮਾਂ। ਜਿਹੜੀ ਤੈਅ ਕੀਤੀ ਗਈ ਕੁੱਲ ਦੂਰੀ ਹੈ ਇਹ ਅਸੀਂ ਔਸਤ ਲੈਣੀ ਹੈ, ਅਤੇ ਜਿਹੜਾ ਸਮਾਂ ਹੈ ਉਹ ਜਿਹੜੀ ਅਸੀਂ ਸਮੇਂ ਦੀ ਇਕਾਈ ਲਈ ਹੈ ਉਹ ਲੈਣੀ ਹੈ। ਅਤੇ ਅਸੀਂ ਆਪਣੇ ਜਿਹੜੇ ਸਮੇਂ ਦੀ ਇਕਾਈ ਹੈ ਇਹ ਕੋਈ ਵੀ ਹੋ ਸਕਦੀ ਹੈ, ਸੈਕਿੰਡ ਹੋ ਸਕਦੇ ਹੈ, ਮਿੰਟ ਹੋ ਸਕਦੇ ਹੈ, ਘੰਟਾ ਹੋ ਸਕਦੇ ਹੈ। ਐਵੇਂ ਹੀ ਦੂਰੀ ਦੀ ਜਿਹੜੀ ਇਕਾਈ ਹੈ ਉਹ ਵੀ ਤੁਸੀਂ ਕਿਲੋਮੀਟਰ ਜਾਂ ਮੀਟਰਾਂ ਦੀ ਵਰਤੋਂ ਕਰ ਸਕਦੇ ਹੋ। ਹੁਣ ਅੱਗੇ ਅਸੀਂ ਹੈ ਸਮੇਂ ਦਾ ਮਾਪ। ਹੁਣ ਜਿਹੜਾ ਸਮੇਂ ਦਾ ਮਾਪ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਵੇਂ ਸਾਡੀ ਲੋੜ ਹੁੰਦੀ ਹੈ ਅਸੀਂ ਉਹ ਵਾਲਾ ਸਮੇਂ ਦਾ ਮਾਪ ਲੈਂਦੇ ਹਾਂ। ਜਿਵੇਂ ਜੇ ਅਸੀਂ ਕੋਈ ਥੋੜ੍ਹੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਸੈਕਿੰਡ ਦੀ ਗੱਲ ਕਰਾਂਗੇ। ਜਦੋਂ ਥੋੜ੍ਹੇ ਵੱਧ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਮਿੰਟਾਂ ਦੀ ਗੱਲ ਕਰਦੇ ਹਾਂ, ਅਤੇ ਜੇ ਉਦੋਂ ਵੱਧ ਸਮੇਂ ਦੀ ਗੱਲ ਕਰੀਏ ਤਾਂ ਅਸੀਂ ਘੰਟਿਆਂ ਦੀ ਵੀ ਗੱਲ ਕਰਦੇ ਹਾਂ। ਪਰ ਤੁਸੀਂ ਇੱਕ ਗੱਲ ਸੋਚੀ, ਜਦੋਂ ਸਾਡੇ ਕੋਲ ਘੜੀਆਂ ਨਹੀਂ ਸੀ ਹੁੰਦੀਆਂ, ਹੁਣ ਤਾਂ ਜਦ ਦੇਖੋ ਜੇ ਅਸੀਂ ਕੋਈ ਵੀ ਕਿਸੇ ਵੀ ਚੀਜ਼ ਦਾ ਸਮਾਂ ਨਾਪਣਾ ਤਾਂ ਅਸੀਂ ਘੜੀ ਦੀ ਮਦਦ ਲੈਂਦੇ ਹਾਂ। ਉਹ ਘੜੀ ਦੀਵਾਰ ਘੜੀ ਹੋ ਸਕਦੀ ਹੈ, ਉਹ ਮੇਜ਼ ਵਾਲੀ ਘੜੀ ਹੋ ਸਕਦੀ ਹੈ, ਡਿਜੀਟਲ ਘੜੀ ਹੋ ਸਕਦੀ ਹੈ, ਸਮਾਰਟ ਵਾਚ ਹੋ ਸਕਦੀ ਹੈ ਨਾ। ਪਰ ਜਦੋਂ ਇਹ ਘੜੀਆਂ ਨਹੀਂ ਸੀ ਹੁੰਦੀਆਂ ਉਦੋਂ ਵੀ ਲੋਕ ਮਾਪਦੇ ਹੋਣੇ ਸਮਾਂ। ਪਰ ਕਿਵੇਂ ਮਾਪਦੇ ਹੋਣੇ? ਤਾਂ ਅਸੀਂ ਸੁਣਿਆ ਅਕਸਰ ਹੀ ਕਿ ਜਿਹੜੇ ਸਾਡੇ ਪੂਰਵਜ ਸੀ ਉਹ ਸਾਡੀ ਪ੍ਰਕਿਰਤੀ ਦੀ ਮਦਦ ਲੈਂਦੇ ਸੀ। ਉਹਨਾਂ ਨੇ ਕੀ ਕੀਤਾ ਸੀਗਾ ਵੀ ਜਿਹੜੇ ਪ੍ਰਕਿਰਤੀ ਵਿੱਚ ਹੋਣ ਵਾਲੀਆਂ ਘਟਨਾਵਾਂ ਨਿਸ਼ਚਿਤ ਹੁੰਦੀਆਂ ਨੇ ਉਹਨਾਂ ਨੂੰ ਇੱਕ ਇਕਾਈ ਮੰਨ ਲਿਆ। ਜਿਵੇਂ ਸੂਰਜ ਰੋਜ਼ ਸਵੇਰੇ ਉੱਗਦਾ ਅਤੇ ਰੋਜ਼ ਸ਼ਾਮ ਨੂੰ ਢਲਦਾ ਅਤੇ ਅਗਲੇ ਦਿਨ ਫੇਰ ਉੱਗਦਾ। ਇਹ ਇੱਕ ਕੀ ਹੈ? ਨਿਸ਼ਚਿਤ ਅੰਤਰਾਲ ਹੈ। ਠੀਕ ਹੈ। ਇੱਕ ਮੱਸਿਆ ਤੋਂ ਅਗਲੀ ਮੱਸਿਆ ਵਿੱਚ ਜਿਹੜਾ ਸਮੇਂ ਦਾ ਮਾਪ ਹੈ ਉਹਨੂੰ ਮਹੀਨੇ ਦਾ ਰੂਪ ਦੇ ਦਿੱਤਾ ਗਿਆ ਹੈ ਨਾ। ਇੱਕ ਸਾਲ ਕਿਸ ਚੀਜ਼ ਨੂੰ ਨਿਸ਼ਚਿਤ ਕੀਤਾ ਗਿਆ ਕਿ ਜਿੰਨੇ ਸਮੇਂ ਵਿੱਚ ਧਰਤੀ ਸੂਰਜ ਦੀ ਇੱਕ ਪਰਿਕਰਮਾ ਪੂਰੀ ਕਰ ਲਏਗੀ ਉਹਨੂੰ ਅਸੀਂ ਕਹਿ ਦਿੱਤਾ ਕਿ ਉਹ ਕੀ ਹੈ? ਇੱਕ ਸਾਲ ਹੈ। ਇਹ ਤਾਂ ਹੁਣ ਅਸੀਂ ਸਿੱਖ ਲਿਆ ਕਿ ਜਿਹੜਾ ਅਸੀਂ ਸਮੇਂ ਦਾ ਮਾਪ ਆ ਉਹ ਘੜੀਆਂ ਦੁਆਰਾ ਕਰਦੇ ਹਾਂ, ਭਾਵੇਂ ਉਹ ਦੀਵਾਰ ਘੜੀ ਹੋਵੇ, ਮੇਜ਼ ਘੜੀ ਹੋਵੇ ਜਾਂ ਡਿਜੀਟਲ ਘੜੀਆਂ ਹੋਣ। ਪਰ ਹੁਣ ਇਹ ਸਾਰੀਆਂ ਜਿਹੜੀਆਂ ਘੜੀਆਂ ਇਹਨਾਂ ਦੀ ਕਾਰਜ ਵਿਧੀ ਕਾਫੀ ਮੁਸ਼ਕਿਲ ਹੁੰਦੀ ਹੈ ਨਾ। ਇਹਨਾਂ ਸਾਰੀਆਂ ਘੜੀਆਂ ਵਿੱਚ ਆਵਰਤੀ ਗਤੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਆਓ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਵਰਤੀ ਗਤੀ ਹੁੰਦੀ ਕੀ ਹੈ। ਹੁਣ ਜਿਹੜਾ ਸਭ ਤੋਂ ਸੌਖੀ ਅਤੇ ਆਮ ਉਦਾਹਰਣ ਹੈ ਜਿਹੜੀ ਆਵਰਤੀ ਗਤੀ ਦੀ ਉਹ ਹੁੰਦਾ ਹੈ ਸਧਾਰਨ ਪੈਂਡੂਲਮ। ਆਓ ਦੱਸੀਏ ਕਿ ਸਧਾਰਨ ਪੈਂਡੂਲਮ ਕੀ ਹੁੰਦਾ ਹੈ। ਸਧਾਰਨ ਪੈਂਡੂਲਮ ਧਾਤ ਦੇ ਛੋਟੇ ਗੋਲੇ ਜਾਂ ਪੱਥਰ ਦੇ ਟੁਕੜੇ ਨੂੰ ਕਿਸੇ ਮਜ਼ਬੂਤ ਸਟੈਂਡ ਤੋਂ ਧਾਗੇ ਨਾਲ ਲਟਕਾ ਕੇ ਬਣਾਇਆ ਜਾ ਸਕਦਾ ਹੈ। ਆਮ ਜ਼ਿੰਦਗੀ ਵਿੱਚ ਅਸੀਂ 1 ਮੀਟਰ ਜਾਂ 100 ਸੈਂਟੀਮੀਟਰ ਦਾ ਧਾਗਾ ਲਵਾਂਗੇ, ਉਹਦੇ ਨਾਲ ਇੱਕ ਛੋਟੇ ਜਿਹੀ ਗੋਲ ਜਿਹੜਾ ਹੈ ਧਾਤ ਦੀ ਗੋਲੀ ਬੰਨ੍ਹ ਦੇਵਾਂਗੇ ਅਤੇ ਉਹਨੂੰ ਕਿਸੇ ਵੀ ਸਟੈਂਡ ਉੱਤੇ ਟੰਗ ਦੇਵਾਂਗੇ। ਇਹ ਸਾਡਾ ਕੀ ਬਣ ਜਾਏਗਾ? ਸਧਾਰਨ ਪੈਂਡੂਲਮ। ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ, ਆਹ ਜਿਹੜਾ
ਪਹਿਲੀ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੀ ਹੈ, ਜਿਹੜਾ ਸਾਧਾਰਨ ਪੈਂਡੂਲਮ ਹੈ ਇਹ ਕੀ ਹੈ, ਵਿਰਾਮ ਅਵਸਥਾ ਵਿੱਚ ਹੈ, ਰੁਕਿਆ ਹੋਇਆ। ਠੀਕ ਹੈ, ਹੁਣ ਤੁਸੀਂ ਇਹਦਾ ਦੇਖਣਾ ਕਿਵੇਂ ਹੈ ਕਿ ਅਸੀਂ ਆਵਰਤੀ ਗਤੀ ਕਿਵੇਂ ਕੱਢਦੇ ਹਾਂ, ਆਵਰਤੀ ਕਾਲ ਕਿਵੇਂ ਕੱਢਦੇ ਹਾਂ। ਤਾਂ ਅਸੀਂ ਕੀ ਕਰਨਾ ਹੈ, ਜਿਹੜਾ ਪੈਂਡੂਲਮ ਹੈ ਇਹਦੀ ਜਿਹੜੀ ਵਿਰਾਮ ਅਵਸਥਾ ਹੈ ਉਹ ਹੈਗੀ ਹੈ ਉਹ। ਤੁਸੀਂ ਕੀ ਕਰਨਾ ਹੈ, ਇਹਨੂੰ ਧਾਗੇ ਨੂੰ ਫੜ ਕੇ ਇਹਨੂੰ ਏ ਵਾਲੀ ਸਥਿਤੀ 'ਤੇ ਲੈ ਜਾਣਾ ਅਤੇ ਉਹਨੂੰ ਛੱਡ ਦੇਣਾ। ਤੁਸੀਂ ਦੇਖੋਗੇ ਕਿ ਜਿਹੜਾ ਸਾਡਾ ਪੈਂਡੂਲਮ ਹੈ ਉਹ ਕੀ ਹੈ, ਏ ਤੋਂ ਓ 'ਤੇ ਜਾਏਗਾ, ਓ ਤੋਂ ਬੀ 'ਤੇ ਜਾਏਗਾ, ਬੀ ਤੋਂ ਦੁਬਾਰਾ ਓ 'ਤੇ ਆਏਗਾ ਅਤੇ ਦੁਬਾਰਾ ਏ 'ਤੇ ਆਏਗਾ। ਐਵੇਂ ਹੀ ਤੁਹਾਨੂੰ ਦਿਖੇਗਾ ਕਿ ਜਿਹੜਾ ਪੈਂਡੂਲਮ ਹੈ ਉਹ ਆਪਣੀ ਸਥਿਤੀ ਬਦਲੇਗਾ। ਤਾਂ ਹੁਣ ਅਸੀਂ ਕੀ ਕਰਨਾ ਹੈ, ਅਸੀਂ ਇਸ ਪੈਂਡੂਲਮ ਦਾ ਹੀ ਆਵਰਤੀ ਕਾਲ ਪਤਾ ਕਰਨਾ। ਹੁਣ ਆਵਰਤੀ ਕਾਲ ਕੀ ਹੁੰਦਾ ਹੈ, ਜਦੋਂ ਵੀ ਕੋਈ ਪੈਂਡੂਲਮ ਆਪਣੀ ਮੱਧ ਸਥਿਤੀ ਓ ਤੋਂ ਏ ਤੱਕ ਜਾਵੇ, ਏ ਤੋਂ ਬੀ ਅਤੇ ਬੀ ਤੋਂ ਦੁਬਾਰਾ ਓ ਤੱਕ ਆਉਂਦਾ ਹੈ, ਤਾਂ ਅਸੀਂ ਕੀ ਕਹਿੰਦੇ ਹਾਂ, ਪੈਂਡੂਲਮ ਨੇ ਇੱਕ ਡੋਲਣ ਪੂਰਾ ਕਰ ਲਿਆ ਹੈ। ਇਸ ਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ, ਜੇ ਅਸੀਂ ਏ ਤੋਂ ਨਾਪੀਏ ਤਾਂ ਜੇ ਏ ਤੋਂ ਪੈਂਡੂਲਮ ਸ਼ੁਰੂ ਹੋਵੇ, ਏ ਤੋਂ ਬੀ ਜਾਵੇ, ਬੀ ਤੋਂ ਦੁਬਾਰਾ ਮੁੜ ਕੇ ਏ 'ਤੇ ਵਾਪਿਸ ਆਵੇ, ਤਾਂ ਇਸ ਨੂੰ ਵੀ ਅਸੀਂ ਇੱਕ ਡੋਲਣ ਕਹਿੰਦੇ ਹਾਂ। ਹੁਣ ਸਰਲ ਪੈਂਡੂਲਮ ਵਿੱਚ ਡੋਲਣ ਪੂਰਾ ਕਰਨ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਪੈਂਡੂਲਮ ਦਾ ਆਵਰਤ ਕਾਲ ਕਿਹਾ ਜਾਂਦਾ ਹੈ। ਮੈਂ ਦੁਬਾਰਾ ਦੱਸ ਰਹੀ ਹਾਂ ਕਿ ਸਰਲ ਪੈਂਡੂਲਮ ਵਿੱਚ ਇੱਕ ਡੋਲਣ ਪੂਰਾ ਕਰਨ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਸਰਲ ਪੈਂਡੂਲਮ ਦਾ ਆਵਰਤ ਕਾਲ ਕਿਹਾ ਜਾਂਦਾ ਹੈ। ਬੇਟੇ ਜਿਵੇਂ ਕਿ ਤੁਸੀਂ ਇਹਦੇ ਵਿੱਚ ਸਿੱਖਿਆ ਕਿ ਜਿਹੜਾ ਸਰਲ ਪੈਂਡੂਲਮ ਇੱਕ ਡੋਲਣ ਪੂਰਾ ਕਰਨ ਵਿੱਚ ਜਿੰਨਾ ਸਮਾਂ ਲਗਾਉਂਦਾ ਹੈ ਉਸ ਨੂੰ ਸਰਲ ਪੈਂਡੂਲਮ ਦਾ ਆਵਰਤ ਕਾਲ ਕਹਿੰਦੇ ਹਨ। ਇਸ ਨੂੰ ਸਿੱਧ ਕਰਨ ਲਈ ਅਸੀਂ ਇੱਕ ਕਿਰਿਆ ਕਰਾਂਗੇ। ਕਿਰਿਆ ਵਿੱਚ ਅਸੀਂ ਉਹੀ 1 ਮੀਟਰ ਜਾਂ 100 ਸੈਂਟੀਮੀਟਰ ਲੰਬਾ ਧਾਗਾ ਜਾਂ ਡੋਰੀ ਲਵਾਂਗੇ। ਉਹਦੇ ਇੱਕ ਪਾਸੇ ਅਸੀਂ ਇੱਕ ਛੋਟੀ ਧਾਤ ਦੀ ਗੋਲੀ ਬੰਨ੍ਹ ਦੇਵਾਂਗੇ ਅਤੇ ਉਹਨੂੰ ਇੱਕ ਸਟੈਂਡ ਨਾਲ ਦਿੱਤੇ ਗਏ ਚਿੱਤਰ ਅਨੁਸਾਰ ਲਮਕਾ ਦੇਵਾਂਗੇ। ਹੁਣ ਅਸੀਂ ਕਿਰਿਆ ਵਿੱਚ ਸਾਨੂੰ ਲੋੜੀਂਦਾ ਸਮਾਨ ਕੀ ਹੈ, ਇੱਕ ਮੀਟਰ ਲੰਬਾ ਧਾਗਾ, ਧਾਤ ਦੀ ਗੋਲੀ ਅਤੇ ਇੱਕ ਸਟਾਪ ਵਾਚ ਅਤੇ ਇੱਕ ਸ਼ੀਟ ਜਿਹਦੇ ਉੱਪਰ ਅਸੀਂ ਸਮਾਂ ਨੋਟ ਕਰਾਂਗੇ। ਤਾਂ ਹੁਣ ਜੇ ਸਟਾਪ ਵਾਚ ਨਾ ਹੋਵੇ ਤਾਂ ਤੁਸੀਂ ਕੋਈ ਵੀ ਘੜੀ ਲੈ ਸਕਦੇ ਹੋ, ਮੇਜ਼ ਘੜੀ, ਗੁੱਟ ਘੜੀ ਜਾਂ ਸਮਾਰਟ ਵਾਚ, ਕੁਛ ਵੀ ਵਰਤੋਂ ਕਰ ਸਕਦੇ ਹੋ। ਤਾਂ ਤੁਸੀਂ ਕੀ ਕਰੋਗੇ, ਤਾਂ ਪੈਂਡੂਲਮ ਦੇ ਗੋਲੇ ਨੂੰ ਮੱਧ ਸਥਿਤੀ ਵਿੱਚ ਵਿਰਾਮ ਅਵਸਥਾ ਵਿੱਚ ਆਉਣ ਦਿਓ। ਗੋਲੇ ਨੂੰ ਤੁਸੀਂ ਹੱਥ ਵਿੱਚ ਫੜ ਕੇ, ਧਾਗਾ ਖਿੱਚਾ ਹੋਣਾ ਚਾਹੀਦਾ, ਤੁਹਾਨੂੰ ਛੱਡ ਦਿਓਗੇ। ਤੁਸੀਂ ਮੱਧ ਸਥਿਤੀ ਦਾ ਨਿਸ਼ਾਨ ਲਗਾਇਆ ਹੋਏਗਾ। ਤਾਂ ਤੁਸੀਂ ਕੀ ਕਰਨਾ ਹੈ, ਪੈਂਡੂਲਮ ਦੀ 20 ਡੋਲਣਾ ਜਦੋਂ ਉਹ ਪੂਰੀਆਂ ਕਰੇਗਾ ਉਹਦਾ ਸਮਾਂ ਨਾਪਣਾ। 20 ਡੋਲਣਾ ਪੂਰਾ ਕਰਨ ਦਾ ਸਮਾਂ ਨਾਪੋਗੇ ਤਾਂ ਤੁਸੀਂ ਕੀ ਕਰਨਾ ਹੈ, ਇਹ ਸਮਾਂ ਇੱਕ ਸਾਰਣੀ ਵਿੱਚ ਨੋਟ ਕਰੋਗੇ, ਜਿਵੇਂ ਕਿ ਆ ਤੁਹਾਡੀ ਸਕਰੀਨ 'ਤੇ ਦਿਖ ਰਹੀ ਹੈ। ਤਾਂ ਸਾਰਣੀ ਵਿੱਚ ਅਸੀਂ 2 ਕਾਲਮ ਬਣਾਏ। ਇੱਕ ਕਾਲਮ ਬਣਾਇਆ 20 ਡੋਲਣਾ ਲਈ ਲਿਆ ਗਿਆ ਸਮਾਂ, ਪੈਂਡੂਲਮ ਦਾ ਆਵਰਤ ਕਾਲ। ਹੁਣ ਤੁਸੀਂ ਕੀ ਕਰੋਗੇ, ਜਿਵੇਂ ਕਿ ਮੰਨ ਲਓ ਕਿ ਪਹਿਲੀ ਵਾਰ ਜਦੋਂ ਅਸੀਂ ਪੈਂਡੂਲਮ ਨੂੰ ਛੱਡਿਆ ਤਾਂ ਉਹਨੇ 20 ਡੋਲਣਾ ਪੂਰਾ ਕਰਨ ਲਈ 42 ਸੈਕਿੰਡ ਸਮਾਂ ਲਿਆ। ਤਾਂ ਤੁਸੀਂ ਆਵਰਤ ਕਾਲ ਕਿਵੇਂ ਕੱਢੋਗੇ, 42 ਸੈਕਿੰਡ ਨੂੰ ਅਸੀਂ 20 ਨਾਲ ਭਾਗ ਕਰਾਂਗੇ ਤਾਂ ਸਾਡਾ ਜਿਹੜਾ ਪੈਂਡੂਲਮ ਦਾ ਆਵਰਤ ਕਾਲ ਆਏਗਾ ਉਹ 2.1 ਸੈਕਿੰਡ ਆ ਜਾਵੇਗਾ। ਇਸ ਕਿਰਿਆ ਨੂੰ ਤੁਸੀਂ ਇਸ ਨੂੰ ਸਿੱਧ ਕਰਨ ਲਈ ਤੁਸੀਂ ਇਹਦੀਆਂ 2 ਤੋਂ 3 ਰੀਡਿੰਗਸ ਲੈ ਸਕਦੇ ਹੋ। ਤਾਂ ਤੁਸੀਂ ਦੇਖੋਗੇ ਪ੍ਰੀਖਣ ਤੋਂ ਬਾਅਦ ਕਿ ਪੈਂਡੂਲਮ ਦਾ ਆਵਰਤ ਕਾਲ ਲਗਭਗ ਸੇਮ ਹੀ ਆਏਗਾ। ਜੇ ਤੁਹਾਡੇ ਪੈਂਡੂਲਮ ਦੇ ਆਵਰਤ ਕਾਲਾਂ ਵਿੱਚ ਜਿਹੜੀਆਂ ਤੁਸੀਂ ਰੀਡਿੰਗਾਂ ਲੈ ਰਹੇ ਹੋ ਬਹੁਤ ਜ਼ਿਆਦਾ ਫਰਕ ਆ, ਤਾਂ ਤੁਸੀਂ ਇਸ ਪ੍ਰੀਖਣ ਨੂੰ ਕਰਨ ਵਿੱਚ ਕੋਈ ਨਾ ਕੋਈ ਤੁਸੀਂ ਇਸ ਪ੍ਰੀਖਣ ਵਿੱਚ ਦੇਖੋਗੇ ਕਿ ਜਿਹੜਾ ਪੈਂਡੂਲਮ ਦਾ ਆਵਰਤ ਕਾਲ ਹੈ ਉਹ ਲਗਭਗ ਸੇਮ ਹੀ ਹੋਣਾ ਚਾਹੀਦਾ ਹੈ। ਜੇ ਤੁਹਾਡੇ ਪੈਂਡੂਲਮ ਦੇ ਆਵਰਤ ਕਾਲਾਂ ਵਿੱਚ ਬਹੁਤ ਜ਼ਿਆਦਾ ਅੰਤਰ ਆ ਰਿਹਾ ਹੈ, ਜਦੋਂ ਤੁਸੀਂ 2 ਜਾਂ 3 ਰੀਡਿੰਗਸ ਲੈ ਰਹੇ ਹੋ, ਤਾਂ ਤੁਸੀਂ ਆਪਣਾ ਜਿਹੜੀ ਕਿਰਿਆ ਹੈ ਉਹ ਦੁਬਾਰਾ ਕਰਨੀ ਹੈ। ਤੁਸੀਂ ਇਹ ਦੇਖਣਾ ਹੈ ਕਿ ਜਿਹੜਾ ਪੈਂਡੂਲਮ ਹੈ ਉਹਨੂੰ ਪੱਖੇ ਦੀ ਹਵਾ ਨਾਲ ਕੋਈ ਡਿਸਟਰੈਕਸ਼ਨ ਨਾ ਹੋਵੇ, ਕੋਈ ਸਿੱਧੀ ਹਵਾ ਨਾ ਪੈਂਦੀ ਹੋਵੇ, ਉਹ ਆਪਣੇ ਆਵਰਤ ਪੂਰੇ ਕਰ ਰਿਹਾ ਹੋਵੇ। ਤੁਸੀਂ ਇਹ ਨਹੀਂ ਹੈ ਵੀ ਉਹਦਾ
ਡੋਲਣ ਪੂਰਾ ਨਹੀਂ ਹੋਇਆ ਤਾਂ ਤੁਸੀਂ ਪਹਿਲਾਂ ਰੀਡਿੰਗ ਲੈ ਲਈ, ਤਾਂ ਤੁਸੀਂ ਇਹ ਵੀ ਚੈੱਕ ਕਰਨਾ ਹੈ ਕਿ ਜਿਹੜੀ ਤੁਹਾਡੀ ਸਟਾਪ ਵਾਚ ਹੈ, ਜਦੋਂ ਤੁਸੀਂ ਸਮਾਂ ਲੈਣ ਲੱਗੇ ਹੋ ਉਹ 0 ਤੋਂ ਸਟਾਰਟ ਹੋਏਗੀ। ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਇਹ ਕਿਰਿਆ ਕਰਕੇ ਦੇਖਣੀ ਹੈ। ਅਤੇ ਅਗਲੇ ਜਿਹੜਾ ਇਹਦਾ ਸੈਕਿੰਡ ਪਾਰਟ ਆਪਾਂ ਕਰਾਂਗੇ, ਉਹਦੇ ਵਿੱਚ ਕੀ ਕਰਾਂਗੇ, ਸਮੇਂ ਅਤੇ ਚਾਲ ਦੇ ਮਾਤਰਕ ਜਿਹੜੇ ਤੁਸੀਂ ਵਰਤਦੇ ਹੋ ਉਹ ਕਿਹੜੇ ਕਿਹੜੇ ਹੁੰਦੇ ਨੇ, ਕਿਹੜੇ ਕਿਹੜੇ ਵਰਤੇ ਜਾਂਦੇ ਨੇ। ਅਤੇ ਇਸ ਕਿਰਿਆ ਸੰਬੰਧੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ 'ਤੇ ਜਾਂ ਇਸ ਲਿੰਕ 'ਤੇ ਭੇਜ ਸਕਦੇ ਹੋ। ਧੰਨਵਾਦ ਬੇਟਾ। ਇਹ ਸਾਰਾ ਜਿਹੜਾ ਪਾਠ ਆ ਇਹ ਮੈਂ ਤਿਆਰ ਕੀਤਾ। ਮੇਰਾ ਨਾਮ ਕਿਰਨ ਸਿੱਧੂ ਆ। ਮੈਂ ਸਰਕਾਰੀ ਮਿਡਲ ਸਕੂਲ ਗਢੇੜਾ ਵਿਖੇ ਸਾਇੰਸ ਅਧਿਆਪਕਾ ਦੀ ਸੇਵਾ ਨਿਭਾ ਰਹੀ ਹਾਂ। ਇਹ ਵੀਡੀਓ ਰਾਹੀਂ ਆਪਾਂ ਇਸ ਕਰੋਨਾ ਕਾਲ ਵਿੱਚ ਜਿਹੜਾ ਸਾਡੇ ਪੜ੍ਹਾਈ ਦੇ ਸੰਬੰਧੀ ਪ੍ਰੋਬਲਮਸ ਆ ਰਹੀਆਂ ਉਹਨਾਂ ਨੂੰ ਰਿਮੂਵ ਕਰਨ ਲਈ ਆਪਾਂ ਨਵੀਂ ਚੀਜ਼ਾਂ ਲੈ ਕੇ ਆ ਰਹੇ ਹਾਂ। ਇਹ ਸਾਡੇ ਵੱਲੋਂ ਇੱਕ ਛੋਟੀ ਜਿਹੀ ਟਰਾਈ ਹੈ ਕਿ ਜਿਹੜੀ ਆਪਣੀ ਕਲਾਸ ਵਾਲੀ ਪੜ੍ਹਾਈ ਹੈ ਆਪਾਂ ਉਸ ਤਰ੍ਹਾਂ ਨਾਲ ਇਸ ਪੜ੍ਹਾਈ ਨੂੰ ਚਲਾ ਸਕੀਏ, ਤੁਹਾਨੂੰ ਵੀ ਕਲਾਸਰੂਮ ਫੀਲਿੰਗ ਆਵੇ। ਇਸ ਕਰਕੇ ਅਸੀਂ ਤੁਹਾਡੀ ਬੁੱਕ ਦੀ PDF ਤੋਂ ਇਹ ਲੈਕਚਰ ਤਿਆਰ ਕੀਤਾ ਹੈ। ਆਈ ਹੋਪ ਤੁਹਾਨੂੰ ਪਸੰਦ ਆਊਗਾ। ਸੋ ਟਿਲ ਨੈਕਸਟ ਟਾਈਮ ਵੀ ਮੀਟ, ਪਲੀਜ਼ ਟੇਕ ਕੇਅਰ, ਸਟੇ ਸੇਫ। ਥੈਂਕ ਯੂ।